जीव आख्या जाता है। तो हुण मैं बेनती करूँगा साडे बहुत ही सत्कारयोग ज्ञानी हरजिंदर सिंह जी कथावाचक मद्धोकिया वाले जोड़े गुरु हरगोबिंद पातशाह महाराज मीरी पीरी के अस्थान से छेवें पातशाह के दर से सेवा निभा रहे आ। वो अज आए हुक्मनामा साहब की आपां नूं कथा विचार शब्दी अर्थ फ्री अर्थ करके संगतां दे प्यार वालिओ इस कलयुग का जो समा चल रहा है इस कलयुग के प्रभाव तो मुक्त होने वास्ते रहमत करनगे महाराज की ताबिया बैठ करके हुक्मनामा साहब की कथा सानू सरवण करवाउणगे। सत्कारयोग ज्ञानी हरजिंदर सिंह जी मद्धोकिया वाले बेनती है वो सतगुरु सच्चे पातशाह महाराज जी की ताबिया संगतां नूं हरी जास हर की वडियाई गुरु पातशाह महाराज जी के हुक्मनामा साहब की कथा विचार सरवण करवाउण। वाहिगुरू जी का खालसा वाहिगुरू जी की फतेह। सत्य काल आदि सच आदि सच सच भी सच फिर कवण कवण कह कवा हूँ साहिब धना तुम्हारी महिमा करन न साका ठाकुर भगवान बुद्ध प्रभ तुच्छारी वरण महिमा हरी हम न सकत कर सिवारी आप लिहो कथा सुधारी इसमें अमृत ज्ञान है नानक भगत बैराग गुरु ग्रंथ साहिब उद्धद बंदों कर अनुराग श्री गुर शब्द कमाए जन किते पंच विकार इन संतन को चरण परतार सजन सच्चा पात साहू फिर साहंद साहू जिस पास बैठिया सो
ਸਭਨਾ ਦਾ ਵੇਸਾਹੋ। ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ। ਹਮਰੀ ਗਣਤ ਨ ਗਣੀਆਂ ਕਾਏ, ਆਪਣਾ ਬਿਰਦ ਪਛਾਣ। ਹਾਥ ਦੇ ਰਾਖੇ ਕਰ ਆਪਣਾ, ਸਦਾ ਸਦਾ ਰੰਗ ਮਾਣ। ਪਾਤਸ਼ਾਹ ਸਾਹਿਬ ਸਦ ਮਿਹਰਬਾਨ, ਪੰਧ ਪਾਇਆ ਮੇਰੇ ਸਤਿਗੁਰ ਪੂਰੈ, ਹੋਈ ਸਰਬ ਕਲਿਆਣ। ਰਹਾਉ ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪੈਜ ਰਾਖੇ, ਨਾਨਕ ਸਦ ਕੁਰਬਾਨ। ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ। ਆਪਣੇ ਦਾਸ ਕੀ ਆਪੈਜ ਰਾਖੇ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਕਾਰਜੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਵੱਡਿਆਂ ਭਾਗਾਂ ਵਾਲੇ ਹਨ, ਜੋ ਅੱਜ ਨਾਮ ਦੇ ਰਸੀਏ ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਵਾਲੇ ਮਹਾਂਪੁਰਖ, ਉਹਨਾਂ ਦੀ ਯਾਦ ਅੰਦਰ ਉਹਨਾਂ ਦੀ ਅੰਤਮ ਅਰਦਾਸ ਦੇ ਸਮੇਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਕ ਪਵਿੱਤਰ ਡਿੱਗੀ ਗੋਦ ਅੰਦਰ ਜੁੜ ਬੈਠੇ ਹਾਂ, ਜੋ ਮਹਾਂਪੁਰਖਾਂ ਦੀ ਯਾਦ ਅੰਦਰ ਰੱਬੀ ਬਾਣੀ ਧੁਰਕੀ ਬਾਣੀ ਆਈ, ਤਿਨ ਸਗਲੀ ਚਿੰਤ ਮਟਾਈ ਜੀ ਦੇ ਮਹਾਜਾਪ ਜਿਸ ਦਿਨ ਤੋਂ ਮਹਾਂਪੁਰਖਾਂ ਨੇ ਸਰੀਰ ਛੱਡਿਆ, ਉਸ ਦਿਨ ਤੋਂ ਲਗਾਤਾਰ ਹੋ ਰਹੇ ਨੇ। ਅੱਜ ਭੋਗ ਪਾਏ ਗਏ ਉਪਰੰਤ ਜੋ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਦੇ ਘਰ ਵਿੱਚ ਆਏ, ਦਇਆ ਦੇ ਘਰ ਵਿੱਚ ਆਏ, ਆ ਕਰਕੇ ਜੋ ਰੱਬੀ ਆਪਣੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਪਾਵਨ ਸ਼੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਨੂੰ ਆਪਾਂ ਬਹੁਤ ਹੀ ਸਤਿਕਾਰਯੋਗ ਗ੍ਰੰਥੀ ਸਿੰਘ ਸਾਹਿਬ ਦੀ ਪਾਵਨ ਰਸਨਾ ਤੋਂ ਸ਼ਰਵਣ ਕੀਤਾ ਹੈ। ਹੁਕਮ ਹੋਇਆ ਹੈ ਸੰਤ ਬਾਬਾ ਹਰਮੇਲ ਸਿੰਘ ਜੀ ਅਤੇ ਸਮੁੱਚੀ ਸੰਗਤ ਦਾ ਜੋ ਆਇਆ ਹੋਇਆ ਪਾਵਨ ਸ਼੍ਰੀ ਮੁਖ ਵਾਕ ਹੈ, ਉਸ ਦੀ ਪਾਵਨ ਪਵਿੱਤਰ ਕਥਾ ਥੋੜ੍ਹੇ ਜਿਹੇ ਸ਼ਬਦਾਂ ਵਿੱਚ ਆਪ ਜੀ ਦੇ ਚਰਨਾਂ ਦੇ ਵਿੱਚ ਪੇਸ਼ ਕਰਾਂ। ਕੋਈ ਗੁਣ ਨਹੀਂ, ਕੋਈ ਗਿਆਨ ਨਹੀਂ, ਸਭ ਤੋਂ ਪਹਿਲਾਂ ਆਪ ਗੁਰ ਸੰਗਤ ਸਿਰ ਤੇ ਮਿਹਰ ਭਰਿਆ ਹੱਥ ਰੱਖੋ, ਅਸੀਸ ਬਖਸ਼ੋ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਕ ਪਵਿੱਤਰ ਬਖਸ਼ਿਸ਼ ਲੈ ਕੇ ਕੁਝ ਬੋਲਣ ਦਾ ਯਤਨ ਕਰਾਂ। ਆਓ ਆਪਾਂ ਸਾਰੇ ਮਾਈ ਭਾਈ ਇੱਕ ਵਾਰ ਰਸਨਾ ਨੂੰ ਪਵਿੱਤਰ ਕਰੀਏ। ਕਰੋ ਗੁਰ ਸੰਗਤ
ਫਤਿਹ ਪ੍ਰਵਾਨ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਅੱਜ ਦਾ ਪਾਵਨ ਪਵਿੱਤਰ ਸ਼੍ਰੀ ਮੁਖ ਵਾਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੇ ਬਖਸ਼ਿਸ਼ ਦਿੱਤਾ ਹੈ, ਇਹ ਸੋਰਠ ਰਾਗ ਅੰਦਰ ਦਰਜ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਅੰਗ 619 ਉੱਪਰ ਸੁਭਾਏਮਾਨ ਹੈ। ਇਸ ਪਾਵਨ ਰਾਗਣੀ ਅੰਦਰ ਪੰਚਮ ਗੁਰਦੇਵ, ਸ਼ਹੀਦਾਂ ਦੇ ਸਿਰਤਾਜ, ਸੁਖਮਨੀ ਦੇ ਕਰਤਾ, ਸ਼ਾਂਤੀ ਦੇ ਸੋਮੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਾਵਨ ਮੁਖਾਰਬਿੰਦ ਤੋਂ ਬਚਨ ਸਾਡੇ ਵਾਸਤੇ ਉਚਾਰ ਰਹੇ ਨੇ। ਆਓ ਰਲ ਮਿਲ ਕਰਕੇ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਸਭ ਤੋਂ ਪਹਿਲਾਂ ਜੋ ਰਹਾਉ ਦਾ ਬੰਦ ਹੈ, ਆਪਾਂ ਰਲ ਮਿਲ ਕਰਕੇ ਵਿਚਾਰਨਾ ਹੈ, ਕਿਉਂਕਿ ਜੋ ਰਹਾਉ ਦਾ ਬੰਦ ਹੁੰਦਾ ਹੈ ਉਹ ਸ਼ਬਦ ਦਾ ਮੂਲ ਹੁੰਦਾ ਹੈ, ਸ਼ਬਦ ਦਾ ਮੁੱਢ ਹੁੰਦਾ ਹੈ। ਸ਼ਬਦ ਉਸ ਦੇ ਦੁਆਲੇ ਘੁੰਮਦਾ ਹੈ, ਭਾਵ ਅਰਥ ਉਸ ਦੇ ਦੁਆਲੇ ਘੁੰਮਦੇ ਨੇ। ਅਰਥ ਰਹਾਉ ਦੇ ਬੰਦ ਤੋਂ ਪ੍ਰਾਰੰਭ ਹੁੰਦੇ ਨੇ। ਉਹਦੀ ਸਮਝ ਉਦੋਂ ਆਉਂਦੀ ਹੈ ਜਦੋਂ ਆਪਾਂ ਰਹਾਉ ਦਾ ਬੰਦ ਸ਼ਰਵਣ ਕਰਦੇ। ਗੁਰਮੁਖ ਪਿਆਰਿਓ, ਜਿੱਥੇ ਅੱਜ ਸਤਿਗੁਰਾਂ ਨੇ ਇਹ ਮਹਾਮਈ ਬੋਲ ਆਪਣੇ ਪਾਵਨ ਮੁਖਾਰਬਿੰਦ ਤੋਂ ਬਖਸ਼ਿਸ਼ ਕੀਤੇ ਹੈ, ਕੀਤੇ ਕਿਸ ਦੇ ਪਰਥਾਏ ਨੇ? ਕੀਤੇ ਨੇ ਉਹ ਰੱਬ ਰੰਗੀ ਰੂਹ, ਸੱਚਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ, ਜਿਨ੍ਹਾਂ ਨੇ, ਕਿਉਂਕਿ ਆਪਾਂ ਤਕਰੀਬਨ ਨੇੜਲੇ ਨਗਰਾਂ ਦੇ ਹਾਂ, ਆਪਾਂ ਸਾਰੇ ਹੀ ਤਕਰੀਬਨ ਜਾਣਦੇ ਹਾਂ, ਮਹਾਂਪੁਰਖਾਂ ਨੇ ਆਪਣੇ ਜੀਵਨ ਉਹਨਾਂ ਨੇ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਰੰਗ ਵਿੱਚ ਰੰਗਣਾ ਕੀਤਾ ਤੇ ਰੰਗ ਵਿੱਚ ਐਸਾ ਰੰਗਿਆ, ਉਹਦੇ ਰੰਗ ਵਿੱਚ ਹੀ ਰੰਗ ਰੂਪ ਹੋ ਗਏ। ਆਖੋ ਸਤਨਾਮ। ਰੰਗ ਵਿੱਚ ਰੰਗ ਰੂਪ ਹੋ ਕਰਕੇ ਉਹਨਾਂ ਮਹਾਂਪੁਰਖਾਂ ਨੇ ਫਿਰ ਜੋ ਡਿਊਟੀ ਵਾਹਿਗੁਰੂ ਪਰਮੇਸ਼ਰ ਸਤਿਗੁਰਾਂ ਨੇ ਲਾਈ, ਡਿਊਟੀ ਕੀ ਹੁੰਦੀ ਹੈ ਮਹਾਂਪੁਰਖਾਂ ਦੀ? ਆਪਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਹਰ ਰੋਜ਼ ਪੜ੍ਹਦੇ ਹਾਂ, ਧੰਨ 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 ਜਨ ਆਇਆ, ਜਿਸ ਪਰ ਸਾਧ ਸਭ ਜਗਤ ਤਰਿਆ, ਜਨ ਆਵਨ ਕਾ ਇਹ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪਾਂ ਪੜ੍ਹਦੇ ਹਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਧੰਨ 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 ਜਨ ਆਇਆ। ਸਤਿਗੁਰੂ ਜੀ ਕਹਿੰਦੇ ਉਹ ਇਨਸਾਨ ਧਨ ਹੈ ਮਨ ਕਰਕੇ, ਉਹ ਇਨਸਾਨ ਧਨ ਹੈ ਤਨ ਕਰਕੇ, ਉਹ ਇਨਸਾਨ ਧਨ ਹੈ ਬਾਣੀ ਕਰਕੇ। ਧਨ 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 ਜਨ ਆਇਆ, ਮਨ ਕਰਕੇ ਧਨ ਹੈ, ਕਿਉਂਕਿ ਉਸ ਇਨਸਾਨ ਨੇ ਰੱਬੀ ਪਰਮਾਤਮਾ ਦੇ ਮਹਾਂਬਈ ਬੋਲਾਂ ਨੂੰ ਅਪਣਾਇਆ, ਆਪਣਾ ਕੇ ਆਪਣੇ ਹਿਰਦੇ ਵਿੱਚ ਵਸਾਇਆ, ਤੇ ਉਸ ਮਹਾਂਮਈ ਬੋਲਾਂ ਦਾ ਸਦਕਾ ਉਹਨਾਂ ਨੂੰ ਬੋਲਦਿਆਂ ਬੋਲਦਿਆਂ ਬੋਲਦਿਆਂ, ਬਾਣੀ ਪੜ੍ਹਦਿਆਂ ਪੜ੍ਹਦਿਆਂ, ਜਪਦਿਆਂ ਜਪਦਿਆਂ ਇੱਕ ਦਿਨ ਬਾਣੀ ਰੂਪ ਹੋ ਗਏ। ਆਖੋ ਸਤਨਾਮ। ਇਸ ਕਰਕੇ ਮਨ ਕਰਕੇ ਧਨ ਨੇ, ਤਨ ਕਰਕੇ ਧਨ ਨੇ। ਉਹਨਾਂ ਨੇ ਜਿਨ੍ਹਾਂ ਬੋਲਾਂ ਨੂੰ ਕਮਾਇਆ, ਉਹਨਾਂ ਹੀ ਬੋਲਾਂ ਨੂੰ ਫਿਰ
ਕਮਾਈ ਕਰਕੇ ਆ ਜੋ ਸੰਗਤ ਅੱਜ ਪਿਆਰ ਵਿੱਚ ਭਿੱਜੀ ਬੈਠੀ ਹੈ ਨਾ, ਇਹਨਾਂ ਸੰਗਤਾਂ ਨੂੰ ਉਹ ਜਪਾਇਆ। ਤੇ ਜੋ ਡਿਊਟੀ ਵਾਹਿਗੁਰੂ ਪਰਮੇਸ਼ਰ ਨੇ ਲਾਈ, ਗੁਰੂ ਦੀ ਕਿਰਪਾ ਦੇ ਨਾਲ ਸਿੱਖ ਸੰਗਤਾਂ ਨੂੰ ਆਪ ਜਪੈ, ਅਵਰ ਹੈ ਨਾਮ ਜਪਾਵੈ, ਦੇ ਧਾਰਣੀ ਹੋ ਕੇ ਆਪ ਜਪਿਆ ਤੇ ਹੋਰਾਂ ਨੂੰ ਜਪਾਇਆ। ਤਨ ਕਰਕੇ ਸਿੱਖ ਸੰਗਤਾਂ ਨੂੰ ਆਪ ਪਵਿੱਤਰ ਅਸਥਾਨ ਪ੍ਰਗਟ ਕਰਕੇ ਤੇ ਇਸ ਪਾਵਨ ਸਥਾਨ ਨਾਲ ਜੋੜ ਗਏ। ਇਸ ਕਰਕੇ ਉਹ ਤਨ ਕਰਕੇ ਧਨ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਣੀ ਕਰਕੇ ਧਨ ਨੇ। ਬਾਣੀ ਹੁੰਦਾ ਹੈ ਮੁਖ ਦੇ ਬਚਨ, ਜਿਹੜਾ ਬੰਦਾ ਰੋਜ਼ ਬੋਲਦਾ ਹੈ ਨਾ, ਉਹਨੂੰ ਬਾਣੀ ਕਹਿੰਦੇ ਨੇ। ਤਾਂ ਹੁਣ ਉਹਨਾਂ ਦੀ ਬਾਣੀ, ਇੱਕ ਆਮ ਬਾਣੀ ਤੇ ਇੱਕ ਰੱਬ ਦੇ ਪਿਆਰੇ ਦੇ ਬਾਣੀ ਵਿੱਚ ਬੜਾ ਫਰਕ ਹੈ। ਆਮ ਬਾਣੀ ਮੇਰੇ ਵਰਗਾ ਈਰਖਾ ਵੀ ਕਰੇਗਾ, ਮੇਰੇ ਵਰਗਾ ਮਨ ਵਿੱਚ ਦਵੈਖ ਵੀ ਰੱਖੇਗਾ, ਮੇਰੇ ਵਰਗਾ ਕਿਸੇ ਨੂੰ ਮੰਦਾ ਤੇ ਚੰਗਾ ਵੀ ਬੋਲੇਗਾ। ਪਰ ਰੱਬ ਦਾ ਪਿਆਰਾ ਉਸ ਬਾਣੀ ਦੁਆਰੇ, ਉਹ ਕਿਉਂ ਬਾਣੀ ਇਹੋ ਜੀ ਬੋਲਦਾ ਹੈ, ਰੱਬ ਰੰਗੀ ਰੂਹ ਜਿਹੜੀ ਹੈ? ਕਿਉਂਕਿ ਗੁਰੂ ਸਾਹਿਬ ਜੀ ਪਾਵਨ ਬਾਣੀ ਅੰਦਰ ਜ਼ਿਕਰ ਕਰਦੇ ਨੇ, ਸੰਤਨ ਬਿਨ ਅਵਰ ਨ ਕਾਹੂ ਜਾਨੀ, ਬੇਪਰਵਾਹ ਸਦਾ ਰੰਗ ਹਰ ਕੋ, ਜਾ ਕੋ ਪਾਖ ਸੁਆਮੀ। ਕਿਉਂਕਿ ਰੱਬ ਦੇ ਪਿਆਰੇ ਦੇ ਪੱਖ ਵਿੱਚ ਪਰਮਾਤਮਾ ਹੁੰਦਾ ਹੈ, ਆਖੋ ਸਤਨਾਮ। ਤੇ ਉਹ ਜਿਹੜਾ ਰੱਬ ਰੰਗੀ ਰੂਹ ਹੈ ਨਾ, ਉਹ ਪਰਮਾਤਮਾ ਤੋਂ ਬਿਨਾ, ਗੁਰੂ ਤੋਂ ਬਿਨਾ ਕਿਸੇ ਹੋਰ ਨੂੰ ਜਾਣਦਾ ਹੀ ਨਹੀਂ। ਇਸ ਕਰਕੇ ਉਹ ਬੇਪਰਵਾਹ ਹੋ ਜਾਂਦਾ ਹੈ। ਹੁਣ ਬੇਪਰਵਾਹ ਕੈਸਾ ਹੁੰਦਾ ਹੈ? ਇੱਕ ਵਾਰ ਨਾ ਇੱਕ ਮਹਾਂਪੁਰਖ ਬੈਠੇ ਸੀ ਦਰਿਆ ਦੇ ਕੰਢੇ, ਕੀ ਵੇਖਦੇ ਆ, ਇੱਕ ਠੂੰਹਾ ਪਾਣੀ ਵਿੱਚ ਤਰਿਆ ਜਾ ਰਿਹਾ। ਮਹਾਂਪੁਰਖ ਉੱਠੇ, ਹੱਥ ਦੇ ਉੱਤੇ ਠੂੰਹਾ ਚੱਕਿਆ, ਠੂੰਹੇ ਨੇ ਡੰਗ ਮਾਰਿਆ, ਪਾਣੀ ਵਿੱਚ ਡਿੱਗ ਪਿਆ। ਦੂਸਰੀ ਵਾਰ ਮਹਾਂਪੁਰਖਾਂ ਨੇ ਫਿਰ ਉਸ ਠੂੰਹੇ ਨੂੰ ਚੱਕਿਆ, ਠੂੰਹੇ ਨੇ ਡੰਗ ਮਾਰਿਆ, ਪਾਣੀ ਵਿੱਚ ਡਿੱਗ ਪਿਆ। ਤੀਸਰੀ ਵਾਰ ਮਹਾਂਪੁਰਖਾਂ ਨੇ ਫਿਰ ਠੂੰਹਾ ਚੱਕਿਆ, ਉਹਨੇ ਡੰਗ ਮਾਰਿਆ, ਪਾਣੀ ਵਿੱਚ ਡਿੱਗ। ਇੱਕ ਕੋਈ ਬੰਦਾ ਮੇਰੇ ਵਰਗਾ ਨਾ ਦੂਰ ਵੇਖ ਰਿਹਾ ਸੀ, ਜਿਵੇਂ ਆਪਣਾ ਸਹਿਜ ਸੁਭਾਅ ਏ, ਕਹਿੰਦਾ ਸਾਧ ਕਰਦਾ ਕੀ ਹੈ, ਜਦੋਂ ਡੰਗ ਮਾਰਦਾ ਦਫਾ ਹੋਣ ਦੇ ਪਰੇ, ਜਿਵੇਂ ਆਪਣਾ ਸੁਭਾਅ ਹੈ। ਜਾ ਕੇ ਮਹਾਂਪੁਰਖਾਂ ਨੂੰ ਕਹਿਣ ਲੱਗਾ, ਮਹਾਂਪੁਰਖੋ, ਜਦੋਂ ਇਹ ਠੂੰਹਾ ਵਾਰ-ਵਾਰ ਡੰਗ ਮਾਰਦਾ, ਤੁਸੀਂ ਪਾਣੀ ਵਿੱਚੋਂ ਕੱਢਦੇ ਕਿਉਂ? ਇਹਨੂੰ ਜਾਣ ਕਿਉਂ ਨਹੀਂ ਦਿੰਦੇ? ਮਹਾਂਪੁਰਖ ਕਹਿੰਦੇ, ਆਪਣੇ ਖਜ਼ਾਨੇ ਨਾਮ ਬਾਣੀ ਬਖਸ਼ਿਸ਼ਾਂ ਦੇ ਖੋਲ ਦਿੰਦਾ ਹੈ। ਫਿਰ ਉਹ ਐਸੀ ਕਿਰਪਾ ਕਰਦਾ ਹੈ ਮਹਾਂਪੁਰਖਾਂ ਤੇ, ਕਿ ਮਹਾਂਪੁਰਖ ਸੰਸਾਰ ਤੇ ਆਪ ਤੇ ਉਹ ਤਰੇ ਹੀ ਨੇ, ਕਿਉਂਕਿ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੁੜੇ ਹੋਏ ਨੇ, ਪਰ ਉਹਨਾਂ ਦੇ ਨਾਲ ਫਿਰ ਆ ਜਗਤ ਵੀ ਤਰਦਾ ਹੈ, ਆਖੋ ਸਤਨਾਮ। ਜਨ ਆਵਨ ਕਾ ਇਹ ਸੁਆਉ, ਗੁਰਮੁਖਾਂ ਪਿਆਰਿਆਂ ਦਾ ਸੰਸਾਰ ਤੇ ਆਉਣ ਦਾ ਮਨੋਰਥ ਕੀ ਹੁੰਦਾ ਹੈ? ਜਨ ਕੈ ਸੰਗ ਚਿਤ ਆਵੈ ਨਾਉ, ਕਿ ਉਹਨਾਂ ਦੇ ਆਉਣ ਨਾਲ ਜਿੰਨੇ ਹੁਣ ਆਪਾਂ ਇਕੱਠੇ ਹੋਏ ਆ ਸੰਗਤ ਦੇ ਰੂਪ ਦੇ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਨਾਲ ਕਿਹਾ ਵਾਹਿਗੁਰੂ, ਆਖੋ ਸਤਨਾਮ। ਇਹੀ ਕਿਹਾ ਮਹਾਂਪੁਰਖ ਸੰਸਾਰ ਤੇ ਆਉਂਦੇ ਨੇ, ਜਿੱਥੇ ਪਰ ਉਪਕਾਰ ਕਰਦੇ ਨੇ ਉੱਥੇ ਪਰਮਾਤਮਾ ਦੇ ਨਾਮ ਨੂੰ ਜਪਾਉਂਦੇ ਨੇ। ਇਸ ਕਰਕੇ ਉਹਨਾਂ ਦਾ ਸੰਸਾਰ ਤੇ ਆਉਣਾ ਸਫਲਾ ਹੁੰਦਾ। ਆਪ ਮੁਕਤ ਮੁਕਤ ਕਰੈ ਸੰਸਾਰ, ਉਹ ਆਪ ਤੇ ਮੁਕਤ ਹੈ ਹੀ,
ਤੇ ਉਹ ਸੰਸਾਰ ਨੂੰ ਵੀ ਮੁਕਤ ਕਰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਪਾਤਸ਼ਾਹ ਕਹਿੰਦੇ ਐਸੇ ਮਨੁੱਖ ਨੂੰ ਜਿਹੜੇ ਰੱਬ ਰੰਗੀ ਰੂਹ ਹੈ, ਜਿਹੜੀ ਉਸ ਪਰਮਾਤਮਾ ਵਿੱਚ ਪਰਮਾਤਮਾ ਹੋ ਗਈ, ਉਸ ਰੂਹ ਨੂੰ ਮੇਰੀ ਨਮਸਕਾਰ ਹੈ। ਆਖੋ ਸਤਨਾਮ। ਉਸ ਰੂਹ ਦੀ ਅੱਜ ਯਾਦ ਅੰਦਰ ਜੁੜੇ ਆ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਆਪਾਂ ਨੂੰ ਪਾਵਨ ਸ਼੍ਰੀ ਮੁਖ ਵਾਕ ਬਖਸ਼ਿਆ। ਰਹਾਉ ਦਾ ਬੰਦ ਹੈ ਸਾਚਾ ਸਾਹਿਬ ਸਦ ਮਿਹਰਵਾਨ। ਉਹ ਮਾਲਕ ਦੇ ਵਿੱਚ ਕਮੀ ਨਹੀਂ। ਮਾਲਕ ਬਖਸ਼ਾਂ ਦਿੰਦਾ ਹੈ, ਉਹ ਤੇ ਹਰ ਵੇਲੇ ਦੇ ਹੀ ਜਾ ਰਿਹਾ, ਉਹ ਤਾਂ ਕਦੇ ਰੁਕਦਾ ਹੀ ਨਹੀਂ। ਸਾਚਾ ਸਾਹਿਬ ਜਿਹਦਾ ਸਦਾ ਥਿਰ ਰਹਿਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਮਾਲਕ ਹੈ ਸਾਡਾ, ਉਹ ਤੇ ਸਦਾ ਮਿਹਰਬਾਨ ਹੈ। ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ, ਉਹ ਤਾਂ ਸਦਾ ਹੀ ਮਿਹਰਬਾਨ ਹੈ, ਸਦਾ ਹੀ ਦਇਆ ਕਰਨ ਵਾਲਾ ਹੈ, ਸਦਾ ਹੀ ਬਖਸ਼ਿਸ਼ਾਂ ਕਰਨ ਵਾਲਾ ਹੈ। ਤੇ ਜਦੋਂ ਉਹ ਮਿਹਰਬਾਨ ਹੁੰਦਾ ਹੈ, ਜਦੋਂ ਉਹ ਦਇਆ ਦੇ ਘਰ ਵਿੱਚ ਆਉਂਦਾ ਹੈ, ਜਦੋਂ ਉਹ ਬਖਸ਼ਿਸ਼ਾਂ ਦੇ ਘਰ ਵਿੱਚ ਆਉਂਦਾ ਹੈ, ਬੰਦ ਪਾਇਆ ਮੇਰਾ ਸਤਿਗੁਰ ਪੂਰਾ ਹੋਈ ਸਰਬ ਕਲਿਆਣ, ਤਾਂ ਫਿਰ ਜੀਵਾਂ ਦੀ ਕਲਿਆਣ ਕਰ ਦਿੰਦਾ ਹੈ। ਉਹ ਦੇਖੋ ਹੁਣ ਸਾਡਾ ਜੀਵਨ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਭਰਿਆ ਹੋਇਆ। ਉਹ ਪਰਮਾਤਮਾ ਫਿਰ ਕੀ ਕਰਦਾ ਹੈ? ਉਹ ਪਰਮਾਤਮਾ ਗੁਰੂ ਦੀ ਡਿਊਟੀ ਲਾਉਂਦਾ ਹੈ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਅਜਾਏ ਅਹਮੇਵ, ਨਾਨਕ ਪਰਬ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਫਿਰ ਉਹ ਗੁਰੂ ਦੀ ਡਿਊਟੀ ਲਾਉਂਦਾ ਹੈ ਕਿ ਇਨਸਾਨ ਦੇ ਹਿਰਦੇ ਦੇ ਵਿੱਚ ਜਿੰਨੇ ਵਿਕਾਰ ਨੇ, ਪਦਾਰਥ ਮਾਇਆ ਮੋਹ ਤ੍ਰਿਸ਼ਨਾ ਵਾਸ਼ਨਾ ਹੈ, ਉਹਨੂੰ ਬੰਨ ਪਾ ਦੇ। ਫਿਰ ਮਾਲਕ ਗੁਰੂ ਦੀ ਕਿਰਪਾ ਨਾਲ ਸਾਡੇ ਜੀਵਨ ਅੰਦਰ ਵਸੀ ਹੋਈ ਮੈਲ ਨੂੰ ਬੰਦ ਪਾ ਦਿੰਦਾ ਹੈ, ਰੋਕ ਲਾ ਦਿੰਦਾ ਹੈ, ਤੇ ਜੀਵ ਦੀ ਕਲਿਆਣ ਹੋ ਜਾਂਦੀ ਹੈ। ਜਿਵੇਂ ਮਹਾਂਪੁਰਖ ਸੰਸਾਰ ਤੇ ਆਏ, ਆਮ ਜੀਵਨ ਸੀ, ਬੜੀ ਕਰੜੀ ਮੁਸ਼ੱਕਤ ਕੀਤੀ, ਮਿਹਨਤ ਕੀਤੀ, ਪਰਿਵਾਰ ਪਾਲਿਆ, ਤੇ ਜਦੋਂ ਰੱਬ ਨੇ ਰਹਿਮਤਾਂ ਦੇ ਘਰ ਵਿੱਚ ਆ ਕੇ ਰਹਿਮਤ ਵਰਸਾਈ, ਫਿਰ ਸਤਿਗੁਰਾਂ ਦੀ ਕਿਰਪਾ ਨਾਲ ਆ ਪਾਵਨ ਸਥਾਨ ਤੇ ਆ ਟਿਕੇ, ਤੇ ਫਿਰ ਬਾਣੀ ਵਿੱਚ ਬਾਣੀ ਰੂਪ ਹੋ ਗਏ। ਆਖੋ ਸਤਨਾਮ। ਆਓ ਸ਼ੁਰੂ ਤੋਂ ਲੈ ਕੇ 4 ਕੁ ਪੰਕਤੀਆਂ ਇਹ ਨੇ, ਆਪਾਂ ਅੱਖਰੀ ਅਰਥ ਕਰਕੇ ਸਮਾਪਤੀ ਵੱਲ ਵਧੀਏ ਜੀ। ਸੋਰਠ ਮਹੱਲਾ ਪੰਜਵਾ। ਪੰਚਮ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਮਹਾਮਈ ਬੋਲ ਜੋ ਸੋਰਠ ਰਾਗਣੀ ਅੰਦਰ ਦਰਜ ਨੇ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ 619 ਅੰਗ ਉੱਪਰ ਸੁਭਾਏਮਾਨ ਨੇ ਸਤਿਗੁਰੂ ਰਹਿਮਤ ਦੇ ਘਰ ਵਿੱਚ ਆ ਕਰਕੇ ਆਪਣੇ ਤੇ ਦਇਆ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਹਮਰੀ ਗਣਤ ਨ ਗਣੀਆਂ ਕਾਏ, ਆਪਣਾ ਬਿਰਦ ਪਛਾਣ। ਜਿਸ ਵੇਲੇ ਆਪਾਂ ਪੜ੍ਹਿਆ ਨਾ ਸਾਚਾ ਸਾਹਿਬ ਸਦ ਮਿਹਰਬਾਨ, ਇਹ ਮੇਰਾ ਮਾਲਕ ਸਦਾ ਹੀ ਮਿਹਰਬਾਨ ਹੈ, ਸਦਾ ਹੀ ਦਇਆ ਕਰਦਾ ਹੈ, ਸਦਾ ਹੀ ਬਖਸ਼ਿਸ਼ਾਂ ਰਹਿਮਤਾਂ ਕਰਦਾ ਹੈ। ਹੁਣ ਪਾਤਸ਼ਾਹ ਜੀ ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ, ਜਦੋਂ ਉਹ ਦਇਆ ਦੇ ਘਰ ਵਿੱਚ ਆਉਂਦਾ ਹੈ ਨਾ, ਫਿਰ ਉਹ ਹਮਰੀ ਗਣਤ ਨਾ ਗਣੀਆਂ ਕਾਈ, ਫਿਰ ਉਹ ਸਾਡੇ ਵਿਕਾਰਾਂ ਦੀ ਗਿਣਤੀ ਨਹੀਂ ਕਰਦਾ। ਫਿਰ ਸਾਡੇ ਕਰਮ ਜੋ ਕੀਤੇ ਹੋਏ ਨੇ ਜੀਵਨ ਅੰਦਰ ਜਾਂ ਪਿਛਲੇ, ਜਦੋਂ ਆਪਾਂ ਜੀਵਨ ਧਾਰ ਕੇ ਤੁਰੇ ਆ ਰਹੇ ਹਾਂ, ਜਨਮ ਮਰਨ ਦੇ ਗੇੜ ਵਿੱਚ ਪੈ ਕਰਕੇ, ਉਹਨਾਂ ਕੀਤੇ ਹੋਏ ਕਰਮਾਂ ਦੀ ਗਿਣਤੀ ਨਹੀਂ ਕਰਦਾ। ਜਦੋਂ ਉਹ ਰਹਿਮਤ ਦੇ ਘਰ ਵਿੱਚ ਆਉਂਦਾ ਹੈ, ਹਮਰੀ ਗਣਤ ਨਾ ਗਣੀਆਂ ਕਾਈ, ਐ ਮੇਰੇ ਮਾਲਕ ਤੂੰ ਮੇਰੀ ਗਿਣਤੀ ਨਾ ਕਰੀ। ਜੇ ਤੂੰ ਗਿਣਤੀਆਂ ਵਿੱਚ ਪੈ ਗਿਆ, ਫਿਰ ਤੇ ਮੈਂ ਛੁੱਟਣਾ ਨਹੀਂ, ਕਿਉਂਕਿ ਮੇਰੇ ਤੇ ਕਰਮ ਹੀ, ਮੇਰਾ ਤਾਂ ਜੀਵਨ ਦਰ ਜੀਵਨ ਮੈਲਾ। ਪਤਾ ਨਹੀਂ ਕਿੰਨੇ ਕੁ ਜਨਮ, ਕਈ ਜਨਮ ਭੈ ਕੀਟ ਪਤੰਗਾ ਆਪਾਂ ਪੜ੍ਹਦੇ ਹਾਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਅੰਦਰ, ਤਾਂ ਕਿੰਨੇ ਕੁ ਜਨਮ ਇਉਂ ਬਤੀਤ ਕੀਤੇ, ਕਿੰਨਾ ਕੁ ਜਨਮਾਂ ਦੀ ਮੈਲ ਲੱਗ ਗਈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ ਖੰਨਲੀ ਧੋਤੀ ਉਜਲੀ ਨਾ ਹੋ ਬਈ, ਜੇ 100 ਧੋਵਣ ਆਹੋ। ਇਹ ਤੇ ਮੈਲਾ ਜਿਹੜਾ ਹਿਰਦਾ ਹੈ, ਇਹ ਕਦੇ ਵੀ ਸਾਫ਼ ਨਹੀਂ ਹੋ ਸਕਦਾ, ਕਿਉਂਕਿ ਇਹ ਤਾਂ ਇੰਨਾ ਮੈਲਾ ਹੈ ਜਿੰਨਾ, ਜਿਵੇਂ ਆਪਾਂ ਕੋਲੂ ਦੀ ਲੀਰ ਕਹਿ ਲਈਏ, ਉਹਨੂੰ ਭਾਵੇਂ 100 ਧੋ ਪਾ ਦਈਏ, ਉਹ ਚਿੱਟੀ ਨਹੀਂ ਹੁੰਦੀ, ਸਵੱਛ ਨਹੀਂ ਹੁੰਦੀ। ਇਸੇ ਤਰ੍ਹਾਂ ਇਹ ਮਨ ਮੈਲਾ ਹੈ। ਤੇ ਪਾਤਸ਼ਾਹ ਜੇ ਤੂੰ ਗਿਣਤੀ ਕਰਨ ਲੱਗ ਗਿਆ ਨਾ,
ਜੇ ਤੂੰ ਲੇਖਾ ਵੇਖਣ ਲੱਗ ਪਿਆ ਮੈਂ ਛੁੱਟ ਨਹੀਂ ਸਕਦਾ। ਜਦੋਂ ਉਹ ਫਿਰ ਰਹਿਮਤਾਂ ਦੇ ਘਰ ਵਿੱਚ ਆਉਂਦਾ ਹੈ, ਹਮਾਰੀ ਗਣਤ ਨਾ ਗਣੀਆਂ ਕਈ, ਉਦੋਂ ਗਿਣਤੀ ਨਹੀਂ ਕਰਦਾ। ਐ ਮਾਲਕ ਮੇਰੀ ਗਿਣਤੀ ਮਿਣਤੀ ਨਾ ਕਰੀ, ਮੇਰੇ ਜੀਵਨ ਦੇ ਕਰਮ ਜਿਹੜੇ ਐ ਉਹਨਾਂ ਨੂੰ ਨਾ ਵੇਖੀ। ਕੀ ਵੇਖੀ ਫਿਰ ਮਾਲਕ? ਆਪਣਾ ਬਿਰਦ ਪਛਾਣ, ਆਪਣੇ ਪਿਆਰ ਵਾਲੇ ਸੁਭਾਅ ਨੂੰ ਪਛਾਣੀ, ਤੂੰ ਆਪਣੇ ਬਿਰਦ ਨੂੰ ਪਛਾਣੀ। ਉਹ ਫਿਰ ਕੀ ਕਰਦਾ ਹੈ ਮਾਲਕ? ਰਹਿਮਤ ਦੇ ਘਰ ਵਿੱਚ ਆ ਕੇ ਆਪਣਾ ਬਿਰਦ ਪਛਾਣਦਾ ਹੈ, ਆਪਣਾ ਪਿਆਰ ਵਾਲਾ ਸੁਭਾਅ ਚੇਤੇ ਕਰਦਾ ਹੈ, ਤੇ ਸੁਭਾਅ ਚੇਤੇ ਕਰਕੇ ਫਿਰ ਰਹਿਮਤ ਦੇ ਘਰ ਵਿੱਚ ਆ ਕੇ ਮਿਹਰ ਦਾ ਭਰਿਆ ਸਿਰ ਤੇ ਹੱਥ ਰੱਖਦਾ ਹੈ। ਤੇ ਫਿਰ ਕੀ ਕਰਦਾ ਹੈ ਜੀ? ਹਾਥ ਦੇ ਰਾਖੇ ਕਰ ਆਪਣਾ, ਸਦਾ ਸਦਾ ਰੰਗ ਮਾਣ। ਜਦੋਂ ਉਹ ਸਾਡੇ ਜੀਵਨ ਦੇ ਬੇਅੰਤ ਜਨਮਾਂ ਅੰਦਰ ਕੀਤੇ ਕਰਮਾਂ ਨੂੰ ਨਹੀਂ ਵੇਖਦਾ, ਰਹਿਮਤ ਦੇ ਘਰ ਵਿੱਚ ਆ ਜਾਂਦਾ ਹੈ, ਉਹ ਫਿਰ ਆਪਣਾ ਬਿਰਦ ਪਛਾਣਦਾ, ਆਪਣਾ ਪਿਆਰ ਵਾਲਾ ਸੁਭਾਅ ਪਛਾਣਦਾ ਹੈ। ਤੇ ਪਛਾਣ ਕੇ ਫਿਰ ਕੀ ਕਰਦਾ ਹੈ? ਹਾਥ ਦੇ ਰਾਖੇ ਕਰ ਆਪਣੇ, ਉਹ ਫਿਰ ਆਪਣਾ ਮਿਹਰ ਦਾ ਭਰਿਆ ਹੱਥ ਸਿਰ ਤੇ ਰੱਖਦਾ ਜੀਵ ਦੇ। ਫਿਰ ਜਿਹਦੇ ਸਿਰ ਤੇ ਰੱਖਦਾ ਹੈ ਉਹ ਬਾਬਾ ਦਰਸ਼ਨ ਸਿੰਘ ਵਰਗਾ ਮਹਾਂਪੁਰਖ ਬਣ ਜਾਂਦਾ ਹੈ। ਆਖੋ ਸਤਨਾਮ। ਹਾਥ ਦੇ ਰਾਖੇ ਕਰ ਆਪਣੇ, ਜਦੋਂ ਫਿਰ ਮਿਹਰ ਦਾ ਭਰਿਆ ਹੱਥ ਰੱਖਦਾ ਹੈ, ਸਦਾ ਸਦਾ ਰੰਗ ਮਾਣ, ਫਿਰ ਜੀਵ ਜੀਵਨ ਅੰਦਰ ਸਦਾ ਸਦਾ ਰੰਗ ਮਾਣਦਾ ਹੈ। ਉਹ ਫਿਰ ਭਾਵੇਂ ਦੁੱਖ ਆ ਜਾਏ, ਭਾਵੇਂ ਸੁੱਖ ਆ ਜਾਏ, ਭਾਵੇਂ ਮਾਇਆ ਆ ਜਾਏ ਤੇ ਭਾਵੇਂ ਭੁੱਖ ਆ ਜਾਏ, ਉਹ ਹਰ ਵੇਲੇ ਉਹਦੇ ਰੰਗ ਵਿੱਚ ਰੰਗਿਆ ਰਹਿੰਦਾ ਤੇ ਆਨੰਦ ਨੂੰ ਮਾਣਦਾ, ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਉਹ ਮੇਰਾ ਮਾਲਕ ਵਾਹਿਗੁਰੂ ਪਰਮੇਸ਼ਰ ਸਦਾ ਹੀ ਦਇਆ ਦਾ ਘਰ ਹੈ, ਉਹ ਤੇ ਭਗਤੀ ਦਾ ਖਜ਼ਾਨਾ ਹੈ। ਤੇ ਜਦੋਂ ਉਹ ਰਹਿਮਤ ਦੇ ਘਰ ਵਿੱਚ ਆਉਂਦਾ ਹੈ ਤੇ ਮਿਹਰਬਾਨ ਜਿਹੜਾ ਮਾਲਕ ਹੈ, ਜਦੋਂ ਮਿਹਰ ਕਰਦਾ ਹੈ, ਉਹ ਮਾਲਕ ਫਿਰ ਕਿਰਪਾ ਕਰਕੇ ਕੀ ਕਰਦਾ ਹੈ? ਬੰਦ ਪਾਇਆ ਮੇਰੇ ਸਤਿਗੁਰ ਪੂਰੇ, ਹੋਈ ਸਰਬ ਕਲਿਆਣ। ਤੇ ਜੋ ਜਨਮ ਜਨਮਾਂ ਦੇ ਵਿੱਚ ਅਸੀਂ ਖੱਟਿਆ ਕਮਾਇਆ, ਅਸੀਂ ਨਾਲ ਲਈ ਬੈਠੇ ਆ ਕਰਮਾਂ ਦੇ ਰੂਪ ਦੇ ਵਿੱਚ, ਉਹਨਾਂ ਕਰਮਾਂ ਨੂੰ ਵੇਖਦਾ ਨਹੀਂ, ਉਹਦੇ ਵਿੱਚ ਫਿਰ ਬੰਦ ਪਾਉਂਦਾ ਹੈ, ਉਹਦੇ ਅੰਦਰ ਰੋਕ ਲਾਉਂਦਾ ਹੈ। ਫਿਰ ਉਹਦੇ ਨਾਲ ਕਲਿਆਣ ਹੋ ਜਾਂਦੀ, ਜੀਵਨ ਦਾ ਆਨੰਦ ਆ ਜਾਂਦਾ ਹੈ। ਜੀਵ ਜਿਹੜਾ ਭਵਜਲ ਤੋਂ ਪਾਰ ਹੋ ਜਾਂਦਾ ਹੈ, ਫਿਰ ਜੀਵ ਜਿਹੜਾ ਸੰਤ ਮਹਾਂਪੁਰਖ ਵਰਗਾ ਬਣ ਜਾਂਦਾ ਹੈ, ਭਾਵ ਉਹਨਾਂ ਵਰਗਾ ਜਿਹੜਾ ਨਿਰੰਕਾਰੀ ਜੀਵਨ ਬਣ ਜਾਂਦਾ ਹੈ। ਫਿਰ ਆਮ ਨਹੀਂ ਰਹਿੰਦਾ, ਫਿਰ ਉਹ ਵਾਹਿਗੁਰੂ ਪਰਮੇਸ਼ਰ ਦਾ ਪੁੱਤਰ ਬਣ ਜਾਂਦਾ ਹੈ। ਆਖੋ ਸਤਨਾਮ। ਅੱਗੇ ਪਾਤਸ਼ਾਹ ਜੀ ਰਹਿਮਤ ਕਰ ਰਹੇ ਹਨ। ਰਹਾਉ ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਵਿਸ਼ਰਾਮ ਦੇ ਕੇ ਸਤਿਗੁਰੂ ਸਮਝਾਉਂਦੇ ਨੇ, ਉਸ ਮਾਲਕ ਵਾਹਿਗੁਰੂ ਨੇ ਹੁਣ ਇੱਥੇ ਆ ਗਈ ਆਪਾਂ ਨੂੰ ਉਪਦੇਸ਼, ਸਿੱਖ ਸੰਗਤਾਂ ਨੂੰ ਉਪਦੇਸ਼, ਕਿਉਂਕਿ ਸਿੱਖ ਦਾ ਮਤਲਬ ਹੈ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਸਿੱਖਿਆ। ਹੁਣ ਪਾਤਸ਼ਾਹ ਜੀ ਆਪਣੇ ਤੇ ਰਹਿਮਤ ਕਰਕੇ ਕਹਿੰਦੇ ਨੇ ਵੀ ਆਪਾਂ ਅੱਜ ਇਕੱਤਰ ਹੋਏ ਆ ਰੱਬ ਰੰਗੀ ਰੂਹ ਦੀ ਯਾਦ ਅੰਦਰ, ਇਸ ਕਰਕੇ ਭਾਈ ਉਹ ਪਰਮਾਤਮਾ ਨੂੰ ਚੇਤੇ ਕਰੀਏ ਜਿਹਨੇ ਜੀਓ ਪਾਏ, ਆਤਮਾ ਪਾ ਕੇ ਪਿੰਡ ਜਨ ਸਾਜਿਆ, ਤੇ ਫਿਰ ਸਵਾਸਾਂ ਰੂਪੀ ਪੂੰਜੀ ਦੇ ਕੇ ਆਹ ਸਰੀਰ ਰੂਪੀ ਪਿੰਡ ਨੂੰ ਸਾਜਣਾ ਕੀਤਾ, ਤੇ ਸਾਜਣਾ ਕਰਕੇ ਰਹਿਮਤ ਦੇ ਘਰ ਵਿੱਚ ਆ ਕੇ ਦਿੱਤਾ ਪਹਿਨਣ ਖਾਣ। ਉਹਨੇ ਪਹਿਨਣ ਵਾਸਤੇ ਵੀ ਬਖਸ਼ਿਸ਼ ਕੀਤੀ ਹੈ, ਖਾਣ ਨੂੰ ਚੰਗੇ ਚੰਗੇ ਭੋਜਨ ਪਦਾਰਥ ਬਖਸ਼ੇ ਨੇ। ਐਸੇ ਮਾਲਕ ਤਾਈ ਆਪਾਂ ਆਰਾਧਨਾ ਕਰੀਏ ਜੀ। ਆਪਣੇ ਦਾਸ ਕੀ ਆਪਜ ਰਾਖੀ, ਨਾਨਕ ਸਦ ਕੁਰਬਾਨ। ਉਹ ਮਾਲਕ ਜਿਹੜਾ ਜਦੋਂ ਤਰੁੱਠਦਾ ਆਪਣੇ ਸੇਵਕ ਕੀ ਆਪੇ ਰਾਖੈ, ਆਪੇ ਨਾਮ ਜਪਾਵੈ, ਜਹ ਜਹ ਕਰਮ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ। ਉਹ ਤਾਂ ਫਿਰ ਇਉਂ ਰਹਿਮਤ ਕਰ ਲੱਗ ਜਾਂਦਾ ਆਪਣੇ ਸੇਵਕ ਤੇ, ਜਿਹੜਾ ਉਹਦਾ ਸੇਵਕ ਬਣ ਕੇ ਉਹਦੀ ਸੇਵਾ ਕਰਦਾ ਹੈ। ਫਿਰ ਆਪਣੇ ਦਾਸ ਕੀ ਆਪ ਪੈਜ ਰਾਖੀ, ਉਹ ਆਪਣੇ ਸੇਵਕ ਦੀ ਆਪ ਪੈਜ ਰੱਖ ਕੇ ਆਪ ਹੀ ਨਾਮ ਜਪਾਉਂਦਾ ਹੈ। ਤੇ ਜਿੱਥੇ ਜਿੱਥੇ ਉਹਦੇ ਸੇਵਕ ਨੂੰ ਜ਼ਰੂਰਤ ਪੈਂਦੀ ਹੈ, ਭਗਤ ਧੰਨੇ ਦੇ ਖੇਤਾਂ ਵਿੱਚ ਪਹੁੰਚਿਆ, ਨਾਮਦੇਵ ਦੀ ਛੱਪਰੀ ਬੰਨੀ, ਇਉਂ ਜਿੱਥੇ ਫਿਰ ਉਹਦੇ ਸੇਵਕ ਨੂੰ ਜ਼ਰੂਰਤ ਪੈਂਦੀ ਹੈ, ਉੱਥੇ ਉਹ ਆਪ ਪਹੁੰਚ ਕੇ ਉਹਦੀ ਜਿਹੜੀ ਹੈ
ਨਾਲ ਲੱਗ ਕੇ ਸੇਵਾ ਕਰਦਾ ਹੈ, ਆਪ ਪਰਮੇਸ਼ਰ ਸੇਵਾਦਾਰ ਬਣ ਕੇ ਉਹਦੀ ਸੇਵਾ ਕਰਦਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਆਪਣੇ ਸੇਵਕ ਕੀ ਆਪ ਪੈਜ ਰਾਖੀ। ਮਾਲਕ ਨੇ ਆਪਣੇ ਸੇਵਕ ਦੀ ਆਪ ਪੈਜ ਰੱਖੀ ਹੈ। ਇਸ ਕਰਕੇ ਆਪਾਂ ਮਾਈ ਭਾਈ ਰਲ ਕੇ ਨਾਨਕ ਸਦ ਕੁਰਬਾਨ ਐਸੇ ਗੁਰੂ ਤੋਂ, ਐਸੇ ਮੇਰੇ ਮਾਲਕ ਵਾਹਿਗੁਰੂ ਪਰਮੇਸ਼ਰ ਤੋਂ, ਐਸੀ ਰੱਬ ਰੰਗੀ ਰੂਹ ਜੋ ਉਹਨੇ ਬਖਸ਼ ਕੇ ਸਾਨੂੰ ਪਰਮਾਤਮਾ ਨਾਲ ਜੋੜਨ ਵਾਸਤੇ ਇੱਕ ਜ਼ਰੀਆ ਦਿੱਤਾ ਹੈ, ਸੰਤ ਮਹਾਂਪੁਰਖਾਂ ਤੋਂ ਅਸੀਂ ਕੁਰਬਾਨ ਬਲਿਹਾਰ ਜਾਣਾ ਕਰੀਏ, ਤਾਂ ਹੀ ਅਸੀਂ ਉਸ ਮਾਲਕ ਦੇ ਰੰਗ ਵਿੱਚ ਰੰਗੇ ਜਾਵਾਂਗੇ ਤੇ ਸਾਡਾ ਜੀਵਨ ਵੀ ਸਫਲਾ ਹੋ ਜਾਵੇਗਾ। ਇਸ ਕਰਕੇ ਗੁਰੂ ਪਿਆਰਿਓ, ਅੱਜ ਆਪਾਂ ਇਕੱਤਰ ਹੋਏ ਆ ਸੰਤ ਮਹਾਂਪੁਰਖਾਂ ਦੀ ਯਾਦ ਅੰਦਰ, ਜਿੱਥੇ ਉਹਨਾਂ ਦੇ ਨਿਮਿਤ ਆਪਾਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਉੱਥੇ ਇੱਕ ਪ੍ਰਣ ਕਰਕੇ ਜਾਣਾ ਹੈ, ਐ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਰਹਿਮਤ ਕਰੀ, ਜਿਵੇਂ ਉਸ ਰੱਬ ਰੰਗੀ ਰੂਹ ਦੇ ਉੱਤੇ ਰਹਿਮਤਾਂ ਭਰੇ ਹੱਥ ਰੱਖੇ, ਉਹਨਾਂ ਵਿੱਚੋਂ ਇੱਕ ਕਣੀ ਮਾਤਰ ਸਾਡੀ ਆ ਸੁੰਨੀ ਝੋਲੀ ਵਿੱਚ ਪਾ ਦੇਈ, ਤਾਂ ਕਿ ਸਾਡਾ ਵੀ ਜੀਵਨ ਸਫਲਾ ਹੋ ਸਕੇ। ਆਖੋ ਸਤਨਾਮ। ਬਸ ਇੱਥੇ ਹੀ ਸਮਾਪਤੀ। ਕੋਈ ਗੁਣ ਨਹੀਂ, ਕੋਈ ਗਿਆਨ ਨਹੀਂ, ਆਪ ਸੰਗਤਾਂ ਦੇ ਆਸ਼ੀਰਵਾਦ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਰਹਿਮਤ ਦਾ ਸਦਕਾ ਵਿਚਾਰਾਂ ਦੀ ਸਾਂਝ ਪਾਈ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ। ਜਿਉ ਪਾਏ ਪਿੰਡ ਜਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਵਾਰੇ ਖਾਲਸਾ ਜੀ, ਵਡਭਾਗੇ ਹੋ ਜੋ ਅੱਜ ਕੇ ਸੰਤ ਬਾਬਾ ਦਰਸ਼ਨ ਸਿੰਘ ਜੀ ਹੀਰਾ ਦਾਸ ਜੀ ਦੇ ਨਿਮਰਤ ਹੋ ਰਹੀ ਅੰਤਮ ਅਰਦਾਸ ਦੇ ਵਿੱਚ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ, ਗੁਰੂ ਦਰਬਾਰ ਦੇ ਵਿੱਚ ਪਹੁੰਚ ਕਰਕੇ, ਸਤਸੰਗ ਰੂਪੀ ਤੀਰਥ ਦੇ ਉੱਪਰ ਪਹੁੰਚ ਕਰਕੇ ਹਰ ਕੀਆਂ ਕਥਾ ਕਹਾਣੀਆਂ, ਗੁਰਮਤਿ ਵਿਚਾਰਾਂ ਸਰਵਣ ਕਰ ਰਹੇ ਹੋ। ਸਾਰੇ ਦਰਬਾਰ ਵੱਲੋਂ ਮੁੱਖ ਸੇਵਾਦਾਰ ਸੰਤ ਬਾਬਾ ਹਰਮੇਲ ਸਿੰਘ ਜੀ ਵੱਲੋਂ ਬਹੁਤ ਹੀ ਸਤਿਕਾਰਯੋਗ ਗਿਆਨੀ ਹਰਜਿੰਦਰ ਸਿੰਘ ਜੀ ਮੱਧੋਕਿਆਂ ਵਾਲੇ, ਜਿਹੜੇ ਹਜ਼ੂਰੀ ਕਥਾਵਾਚਕ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਅਸਥਾਨ ਮੱਧੋਕੇ ਨਗਰ 6ਵੇਂ ਪਾਤਸ਼ਾਹ ਜੀ ਦੇ ਅਸਥਾਨਾਂ ਤੇ ਸੇਵਾ ਕਰਦੇ ਆ, ਉਹਨਾਂ ਨੇ ਆਪਾਂ ਨੂੰ ਅੱਜ ਦੇ ਆਏ ਹੁਕਮਨਾਮਾ ਸਾਹਿਬ ਦੀ ਵਿਚਾਰ ਸਰਵਣ ਕਰਵਾਈ ਆ। ਭਾਈ ਸਾਹਿਬ